अस्सलाम वालेकुम वरहमतुल्लाहि वबरकातुहू। यू पंजाब ਦੇ ਨਾਲ ਤੁਹਾਡਾ ਆਪਣਾ ਮੇਜ਼ਬਾਨ ਅਖਤਰ ਰਸੂਲ ਜੰਜੂਆ ਹਾਜ਼ਰ ਖਿਦਮਤ ਹੈ। ਗੱਲ ਕਰਾਂਗੇ ਤਹਿਜ਼ੀਬ ਦੀ, ਸਕਾਫਤ ਦੀ, ਖੇਡਾਂ ਦੀ, ਖਿਲਾਣਾ ਦੀ, ਇਹਨਾਂ ਰਾਜਪਾਵਾਂ ਦੀ, ਇਹਨਾਂ ਪਗਡੰਡੀਆਂ ਦੀ ਤੇ ਇਨਸਾਨ ਦੇ ਆਪਣੇ ਮਨ ਦੀ। ਜਦੋਂ ਇਨਸਾਨ ਆਪਣੇ ਮਨ ਤੋਂ ਗੱਲ ਕਰਦਾ ਹੋਵੇ ਉਸ ਦੇ ਗੱਲ ਦੀ ਤਸੀਰ ਹੁੰਦੀ, ਉਸ ਗੱਲ ਦੇ ਵਿੱਚ ਅਸਰ ਹੁੰਦਾ ਹੋਵੇ, ਮਗਰ ਉਹੀ ਅਲਫਾਜ਼ ਮੂੰਹ ਤੋਂ ਬਾਹਰ ਨਿਕਲਦੇ ਨੇ ਤੇ ਕੁਝ ਦੇ ਇਨਸਾਨ ਦਾ ਦਿਲ ਚੀਰ ਛੱਡਦੇ ਨੇ ਤੇ ਕੁਝ ਇਨਸਾਨ ਨੂੰ ਆਪਣੇ ਨਾਲ ਜੋੜ ਛੱਡਦੇ ਨੇ। ਜੇ ਗੱਲ ਕਰੀਏ ਮੌਸੀਕੀ ਦੀ ਤੇ ਮੌਸੀਕੀ ਇੱਕ ਐਸੀ ਆਵਾਜ਼ ਹੈ ਕਿ ਜਦੋਂ ਖਾਮੋਸ਼ੀ ਤੇ ਉਸ ਦੀ ਆਵਾਜ਼ ਦੇ ਵਿੱਚ ਇੱਕ ਰਬਤਾਰੀ ਹੋ ਜਾਂਦਾ ਹੋਵੇ ਤੇ ਉਹ ਮੌਸੀਕੀ ਬਣ ਜਾਂਦੀ ਹੈ। ਮੌਸੀਕੀ ਜਦੋਂ ਰੂਹ ਦੀ ਗ਼ਜ਼ਾ ਵੀ ਆਖਿਆ ਜਾਂਦਾ ਹੋਵੇ, ਪਰ ਜੇ ਗੱਲ ਕਰੀਏ ਆਪਣੇ ਸੂਫੀਆ ਦੀ, ਆਪਣੇ ਤਸੱਵੁਫ ਦੀ, ਤੇ ਉਹਨਾਂ ਦੇ 'ਚ ਵੀ ਤਸੀਰ ਹੈ, ਉਹਨਾਂ 'ਚ ਮੁਹੱਬਤ ਹੈ, ਉਹਨਾਂ ਦੇ 'ਚ ਵੀ ਮਿਠਾਸ ਹੈ। ਤੇ ਸਾਡੇ ਅੱਜ ਦੇ ਸਟੂਡੀਓ 'ਚ ਸਾਡੇ ਨਾਲ ਜਿਹੜੇ ਮਹਿਮਾਨ ਮੌਜੂਦ ਨੇ ਉਹਨਾਂ ਨਾਲ ਤਾਰਫ ਕਰਾਉਂਦੇ ਆ। अस्सलाम वालेकुम जी। वालेकुम अस्सलाम। आरफा सिस्टर्स पाकिस्तान एक ब्रांड बन गया है। बिल्कुल। ਤਿੰਨੇ ਭੈਣਾਂ ਤੇ ਤਿੰਨੇ ਇੱਕੋ ਜਿਹੀਆਂ। हाँ जी। ਤੇ ਵੱਡੀ ਕੌਣ ਹੈ, ਛੋਟੀ ਕੌਣ ਹੈ ਤੇ ਦਰਮਿਆਨ ਵਾਲੀ ਕੌਣ ਹੈ? मैं छोटी। ਸਭ ਤੋਂ ਛੋਟੀ। हाँ जी। ਮਾਸ਼ਾਅੱਲਾ। मेरे तो बाद है ने, ਉਹਨਾਂ ਤੋਂ ਬਾਅਦ ਹੋ ਨੇ। ਜੀ ਇਹ ਪਾਕਿਸਤਾਨ ਦਾ ਉਹ ਭੈਣਾਂ ਦਾ ਬ੍ਰਾਂਡ ਹੈ ਜਿਨ੍ਹਾਂ ਪਾਕਿਸਤਾਨ ਦੇ ਵਿੱਚ ਬਹੁਤ ਹੀ ਘੱਟ ਅਰਸੇ ਦੇ ਵੇਲੇ ਆਪਣਾ ਨਾਂ ਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰ ਦਿੱਤਾ ਹੋਵੇ। ਜਦੋਂ ਬੋਲਦੀਆਂ ਨੇ ਤੇ ਬਿਲਕੁਲ ਐਸਾ ਬੋਲਦੀਆਂ ਨੇ ਕਿ ਜੱਟੀਆਂ ਜਿਵੇਂ ਬੋਲਦੀਆਂ ਨੇ, ਖੜਾਕੇ ਵਾਲੀ ਗੱਲ ਹੁੰਦੀ ਹੈ ਤੇ ਗੱਲ ਹੁੰਦੀ ਹੈ ਅੱਖਾਂ ਨਾਲ ਤੇ ਗੱਲ ਹੁੰਦੀ ਹੈ ਆਵਾਜ਼ ਦੇ ਨਾਲ। ਜਦੋਂ ਬੋਲਣ ਤੇ ਪਤਾ ਲੱਗਦਾ ਵੇ ਇਨਸਾਨ ਕਿੱਥੇ ਰਹਿ ਕੇ ਬੋਲਦਾ ਪਿਆ ਤੇ ਕਿਸ ਲਬੋ ਲਹਿਜੇ 'ਚ ਬੋਲਦਾ ਪਿਆ। ਤੇ ਕਦੋਂ ਦਾ ਆਗਾਜ਼ ਕੀਤਾ ਆਪਣਾ ਬ੍ਰਾਂਡ, ਕਿਸ ਨਾਮ ਤੋਂ ਤੁਸੀਂ ਮੁਤਾਰਫ ਕਰਵਾਇਆ? ਮੈਨੂੰ 6 ਸਾਲ ਹੋ ਗਿਆ ਜੀ ਤੇ ਆਰਫਾ ਸਿਸਟਰ ਦੇ ਨਾਂ ਤੋਂ ਬ੍ਰਾਂਡ। ਆਰਫਾ ਸਿਸਟਰ ਦੇ ਨਾਂ ਤੋਂ। ਹਾਂਜੀ। ਕਿੱਥੇ ਕਿੱਥੇ ਪਰਫਾਰਮ ਕੀਤਾ ਹੈ? ਮੈਂ ਹਰ ਸ਼ਹਿਰ ਦੇ ਵਿੱਚ ਹੀ ਕੀਤਾ ਹੋਇਆ ਹੈ। 6 ਸਾਲ ਦੇ ਵਿੱਚ ਕਾਫੀ ਤੁਸੀਂ ਇਲਾਕੇ ਘੁੰਮ ਫਿਰ ਲਿਆ ਤੇ ਕਾਫੀ ਲੋਕਾਂ ਨੂੰ 6 ਸਾਲ ਦੇ ਵਿੱਚ। ਹਾਂਜੀ, ਬਹੁਤ ਜ਼ਿਆਦਾ। ਤੇ ਸੂਫੀਆ ਤੋਂ ਕੰਮ ਦਾ ਆਗਾਜ਼ ਕੀਤਾ ਕਿ ਗਾਣਿਆਂ ਤੋਂ ਕੀਤਾ ਕਿ ਟੱਪੇ ਮਾਈਆਂ ਤੋਂ ਕੀਤਾ? ਨਹੀਂ, ਮੈਂ ਕੀਤਾ ਹੈ ਸੂਫੀਆ ਤੋਂ। ਸੂਫੀਆਨਾ ਕਲਾਮ ਪੜ੍ਹਨ ਦਾ ਸ਼ੌਕ ਜਦੋਂ ਮੈਨੂੰ ਹੋਇਆ, ਇਸ ਤੋਂ ਬਾਅਦ ਆਹਿਸਤਾ ਆਹਿਸਤਾ ਗਾਣਿਆਂ 'ਚ ਆਈ, ਫਿਰ ਹੌਲੀ ਹੌਲੀ ਟੱਪਿਆਂ ਮਾਈਆਂ 'ਚ ਆਈ। ਇਹ ਆਪਣੇ ਪੰਜਾਬ ਦੇ ਕਲਚਰ ਆ। ਹਾਂਜੀ। ਤੇ ਵਾਲਦੈਨ ਨੇ ਕਿੰਨਾ ਸਪੋਰਟ ਕੀਤਾ? ਉਹਨਾਂ ਨੇ ਮਤਲਬ ਇੰਜ ਹੀ ਸਮਝ ਲਓ ਕਿ ਮੇਰੇ ਮੂੰਹ ਚੋਂ ਗੱਲ ਨਿਕਲਦੀ ਸੀ, ਉਹ ਕਹਿੰਦੇ ਸਨ ਆਮੀਨ ਕਿ ਪੁੱਤਰ ਤੂੰ ਕਰ ਸਹੀ। ਇਹਦਾ ਮਤਲਬ ਹੈ ਤੁਸੀਂ ਧੀਆਂ ਬਾਅਦ ਸੋ ਤੇ ਪੁੱਤਰ ਪਹਿਲਾਂ ਸੀ। ਪੁੱਤਰ ਪਹਿਲੇ ਸੀ ਜੀ। ਤੇ ਕਦੀ ਉਹ ਵੇਲੇ ਯਾਦ ਆਉਂਦੇ ਨੇ ਘਰ ਦੇ ਵਿੱਚ ਜਾਂ ਆਪਣੀ ਜ਼ੁਕਾਰਬ ਦੇ ਵਿੱਚ, ਤੇ ਕਿਵੇਂ ਫੀਲ ਹੁੰਦਾ ਵੇ ਕਿ ਅੱਜ ਮੁਕਾਮ ਪਿਛਲਾ ਤੇ ਅੱਗੋਂ ਮੁਸਤਕਬਲ ਤੇ ਮਾਜ਼ੀ ਹਾਲ ਕਿਵੇਂ ਸਮਝਦੇ ਹੋ? ਬੜਾ ਚੰਗਾ ਲੱਗਦਾ ਹੈ ਯਾਦ ਕਰਕੇ ਤੇ ਅੱਲਾ ਦਾ ਸ਼ੁਕਰ ਹੈ, ਅੱਲਾ ਦੀ ਜ਼ਾਤ ਦਾ ਕਿ ਅਸੀਂ ਹੁਣ ਸਾਨੂੰ ਇੱਕ ਦੁਨੀਆ, ਮਤਲਬ ਪੂਰੀ ਦੁਨੀਆ ਸਾਨੂੰ ਜਾਣਦੀ ਹੈ ਕਿ ਇਹ ਆਰਫਾ ਸਿਸਟਰਸ ਨੇ। ਤੇ ਕਿਹੜਾ ਐਸਾ ਸੀ ਤੁਹਾਡਾ ਸੂਫੀ ਕਲਾਮ ਜਿਹੜਾ ਤੁਸੀਂ ਬਹੁਤ ਜ਼ਿਆਦਾ ਜਿਹਨੂੰ ਲੋਕਾਂ ਨੇ ਪਸੰਦ ਕੀਤਾ? ਮੈਂ ਸੂਫੀ ਕਲਾਮ ਤੇ ਬੜੇ ਹੀ ਪੜ੍ਹੇ ਨੇ। ਹੀਰ ਪੜ੍ਹੀ ਏ, ਫਿਰ ਬੁੱਲੇ ਸ਼ਾਹ ਦਾ ਕਲਾਮ, ਮਤਲਬ ਕਾਫੀ ਜ਼ਿਆਦਾ ਕੀਤੇ ਨੇ। ਕਵਾਲੀ ਬੜੀ ਕੀਤੀ ਹੈ, ਲੇਕਿਨ ਜੇ ਮੈਂ ਹਿੱਟ ਹੋਈ ਹਾਂ ਤੇ ਮੈਂ ਪੀਟੀਆਈ ਦੇ ਗਾਣੇ ਤੋਂ ਹੋਈ ਹਾਂ। ਮਾਈਏ ਮੈਂ ਖੁਦ ਲਿਖੇ ਨੇ। ਅੱਛਾ, ਖੁਦ ਲਿਖੇ ਨੇ ਤੇ ਖੁਦ ਹੀ ਪ੍ਰੈਜ਼ੈਂਟ ਖੁਦ ਲਿਖੇ। ਹਾਂਜੀ। ਤੇ ਇਹ ਕਿਵੇਂ ਸਲਾਹੀਅਤ ਕਿਵੇਂ ਆ ਗਈ ਅਚਾਨਕ ਕਿ ਤਖਲੀਕ ਕਰਦੇ ਸੋ ਕਿ ਘਰ ਡਿਸਕਸ਼ਨ ਹੁੰਦੀ ਸੀ, ਕਿਵੇਂ ਕਰਦੇ ਸੋ? ਨਹੀਂ, ਮੈਂ ਤਾਂ ਨਹੀਂ ਸੀ ਇੰਨਾ ਕਰਦੀ, ਇਹੀ ਕਰਦੀ ਸੀ। ਆਪਸ ਵਿੱਚ ਲੱਗੇ ਰਹਿੰਦੇ ਸੋ? ਕਿਵੇਂ ਲੱਗੇ ਸੋ ਦੱਸੋ ਹਾਂ ਜ਼ਰਾ, ਸਾਡੇ ਸਟੂਡੀਓ ਚ ਆ ਗਏ। ਰਲ ਕੇ ਪਹਿਲਾਂ ਡਿਸਾਈਡ ਕਰੀਦਾ ਸੀ ਅਸੀਂ ਕਿ ਇਹ ਸੋਚਨੇ ਲਿਖਦੀ ਮੈਂ ਐਸਾ ਸਭ ਨਾਲ ਸਟਾਰਟ ਮੈਂ ਕੀਤਾ ਸੀ। ਫਿਰ ਰਲ ਕੇ ਦੋਵਾਂ ਭੈਣਾਂ ਦੀ ਸਲਾਹ ਲੈ ਕੇ ਫਿਰ ਸਿਲੈਕਸ਼ਨ ਕਰੀਦੀ ਸੀ ਤੇ ਫਿਰ ਗਾਈ। ਕੋਈ ਉਸਤਾਦ ਨਹੀਂ ਹੈ? ਨਹੀਂ, ਲਿਖਣ ਦੇ ਮੁਤਾਬਕ ਤੇ ਕੋਈ ਉਸਤਾਦ ਨਹੀਂ ਹੈ। ਵੇਖੋ ਜੀ, ਇਹ ਕੁੜੀਆਂ ਤੇ ਚਿੜੀਆਂ ਪੰਜਾਬ ਦੀਆਂ ਤੇ ਪਾਕਿਸਤਾਨ ਦੇ ਇਹ ਸਾਡੇ ਖੂਬਸੂਰਤ ਜਿਹੜੇ ਲੋਕ ਨੇ, ਚਿਹਰੇ ਨੇ, ਉਸਤਾਦ ਤੋਂ ਬਗੈਰ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਆਪਣੀ ਲਬੋ ਲਹਿਜੇ ਦੇ ਨਾਲ ਇੱਕ ਨੁਮਾਇੰਦਗੀ ਜ਼ਾਹਿਰ ਕੀਤੀ। ਤੇ ਕੋਈ ਐਸੀ ਕੋਈ ਚੀਜ਼ ਸਾਨੂੰ ਜਿਹੜੀ ਸੁਣਾ ਸਕੋ ਅੱਜ ਤੁਸੀਂ? ਪੀਟੀਆਈ ਦਾ ਗਾਣਾ ਹੀ ਸੁਣਾਵਾਂਗੇ। ਚਲੋ ਜੀ, ਸੁਣਾ ਦਿਓ। ਦੋ ਪੱਤੀਆਂ ਪਾਣ ਦੀਆਂ, ਦੋ ਪੱਤੀਆਂ ਪਾਣ ਦੀਆਂ, ਜਗ ਕਨੇਰੇ ਸਾ, ਜਗ ਕਨੇਰੇ ਸਾ ਮੇਰੇ ਸੋਹਣੇ ਖਾਨ ਦੀਆਂ, ਜਗ ਕਨੇਰੇ ਸਾ ਮੇਰੇ ਸੋਹਣੇ ਖਾਨ ਦੀਆਂ, ਹਾਂ ਮੇਰੇ ਸੋਹਣੇ ਖਾਨ ਦੀਆਂ। आसमानी तारे ने, आसमानी तारे ने, मेरे इमरान तेनू, मेरे इमरान तेनू पंज तन दे सहारे ने, मेरे इमरान तेनू पंज तन दे सहारे ने, हाँ पंज तन दे सहारे ने। आखिरी मक्ता जिन्हें साड़ा नाम बोलिया जाता है। कोई तस्बीह चंगदी है, कोई तस्बीह चंगदी है, जिवें पाया खान मेरा, जिवें पाया खान मेरा करार मंगदी है, जिवें पाया खान मेरा करार मंगदी है,
आखिर आरिफ मंगदी ਜੇ ਹਕੀਕੀ ਆਜ਼ਾਦੀ ਦੀ ਗੱਲ ਹੀ ਨਾ ਕੀਤੀ ਨਾ ਕੁੜੀਆਂ ਨੇ ਤੇ ਇਮਰਾਨ ਖਾਨ ਦੀਆਂ ਕਿੰਨੀਆਂ ਕੋ ਫੈਨ ਹੋ? ਥੋੜੀਆਂ ਕਿ ਬਹੁਤ ਜ਼ਿਆਦਾ? बहुत ज्यादा। ਕਿਉਂ? ਖਾਨ ਦੇ ਵਿੱਚ ਕੀ ਐਸੀ ਉਹਨੇ ਤਾਲਮੇਲ ਛੱਡੀਏ ਕਿ ਤੁਸੀਂ ਉਹਦੀਆਂ ਇੰਨੀਆਂ ਫੈਨ ਹੋ ਗਈਆਂ ਹੋ? ਅੱਜ ਮੈਂ ਨਾ ਇੱਕ ਜਗ੍ਹਾ ਤੇ ਬੈਠੀ ਸੀ ਤੇ ਉਹਨਾਂ ਨੇ ਗੱਲ ਕੀਤਾ 25 ਤੋਂ 40 ਸਾਲ ਦੀ ਜਿਹੜੀ ਉਮਰ ਦੀ ਜਨਰੇਸ਼ਨ ਹੈ ਨਾ ਉਹ ਇਮਰਾਨ ਖਾਨ ਨੂੰ ਪਿਆਰ ਕਰਦੀ ਹੈ ਤੇ ਜਿਹੜੀ 40 ਤੋਂ ਬਾਅਦ ਦੀ ਹੈ ਨਾ ਉਹ ਨਵਾਜ਼ ਸ਼ਰੀਫ ਨੂੰ ਕਰਦੀ ਹੈ। ਤੇ ਮੈਂ ਉਹਦਾ ਰੀਜ਼ਨ ਪੁੱਛਿਆ, ਮੈਂ ਕਹਿੰਦਾ ਰੀਜ਼ਨ ਕੀ ਹੈ? ਉਹ ਕਹਿੰਦਾ ਪੁੱਤਰ ਤੁਸੀਂ ਅੱਜ ਕੱਲ ਆ ਵੇਖਦੇ ਹੀ ਪਏ ਹੋ, ਕਹਿੰਦਾ ਰੀਜ਼ਨ ਕੀ ਹੈ? ਇਮਰਾਨ ਖਾਨ ਨੂੰ ਪਹਿਲੇ ਨਹੀਂ ਸੀ ਸਾਡਾ ਇੰਨਾ ਲਗਾਓ ਹੈ, ਲੇਕਿਨ ਆਹਿਸਤਾ ਆਹਿਸਤਾ ਉਹਨਾਂ ਦੀਆਂ ਗੱਲਾਂ, ਉਹਨਾਂ ਹਕੀਕਤ ਹੀ ਹਰ ਚੀਜ਼ ਉਹਨਾਂ ਨੇ ਜਿਹੜਾ ਨਾ ਬਿਆਨ ਕੀਤੀ ਹੈ। ਤੇ ਹੁਣ ਅਗਲੀ ਕਿਹੜੀ ਸਾਨੂੰ ਚੀਜ਼ ਸੁਣਾਓਗੇ, ਕਿਹੜਾ ਗੀਤ ਸੁਣਾਓਗੇ? ਹੁਣ ਤੁਹਾਨੂੰ ਅਸੀਂ ਇੱਕ ਹੋਰ ਪੀਟੀਆਈ ਦਾ ਜੀ। ਗਾਣਾ ਹੈ ਹੋਰ ਸੁਣਾਉਂਦੇ ਆ। इमरान ने इंसाफ का परचम है उठाया, हो इस पे सदा पंजतने पाक का साया, हो इस पे सदा पंजतने पाक का साया। इमरान ने इंसाफ का परचम है उठाया, हो इस पे सदा पंजतने पाक का साया, हो इस पे सदा पंजतने पाक का साया। ਤੇ ਇਮਰਾਨ ਦੀ ਜਦੋਂ ਗੱਲ ਹੁੰਦੀ ਏ ਤੇ ਉਹਦੇ ਤੁਸੀਂ ਜਲਸਿਆਂ 'ਚ ਵੀ ਜਾਂਦੇ ਹੋ ਤੇ ਕੀ ਸਿੱਖਣ ਨੂੰ ਮਿਲਿਆ ਉੱਥੇ? ਹੱਕ ਸੱਚ ਦੀ ਗੱਲ ਕਰਨਾ, ਜੋ ਦਿਲ 'ਚ ਜੋ ਦਿਮਾਗ 'ਚ ਮੂੰਹ ਤੇ ਬੋਲ ਦੇਣਾ। ਉੱਥੇ ਬੜੀਆਂ ਅੱਛੀਆਂ ਗੱਲਾਂ ਵੀ ਸਾਨੂੰ ਸੁਣਨ ਨੂੰ ਮਿਲੀਆਂ ਨੇ, ਸਿੱਖਣ ਨੂੰ ਮਿਲੀਆਂ ਨੇ ਕਿ ਮਤਲਬ ਜਲਸਿਆਂ ਵਿੱਚ ਮੈਂ ਜਾ ਕੇ ਵੇਖਿਆ ਉੱਥੇ ਝੂਠ ਨਹੀਂ ਹੈ। ਹੱਕ ਸੱਚ ਦੀ ਗੱਲ ਕਰੇ ਨਾ ਕੋਈ, ਝੂਠ ਬੋਲਣਾ ਰਿਸਮ ਸੰਸਾਰ ਹੋਈ, ਲਾ ਕੇ ਮਜਲਸਾ ਕਰਨ ਹਰਾਮ ਹੈ ਕਾ, ਹੱਥ ਜ਼ਾਲਮਾ ਤੇਜ਼ ਕਟਾਰ ਹੋਈ, ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਤੇ ਦਾਨਸ਼ਮੰਦ ਨੂੰ ਔਰ ਜ਼ਰੂਰ ਯਾਰੋ। ਤੇ ਗੱਲ ਜਦੋਂ ਪੰਜਾਬ ਦੀ ਹੋਵੇ ਤੇ ਪੰਜਾਬ ਦੀਆਂ ਕੁੜੀਆਂ ਜਦੋਂ ਆਪਣੇ ਪੰਜਾਬ ਨੂੰ ਪ੍ਰੈਜ਼ੈਂਟ ਕਰਨ ਆਪਣੇ ਗਾਣਿਆਂ ਦੇ ਵਿੱਚ, ਆਪਣੇ ਮਾਈਆਂ ਟੱਪਿਆਂ ਦੇ ਵਿੱਚ, ਤੇ ਗੱਲ ਤੇ ਫਿਰ ਵੱਧ ਜਾਂਦੀ ਏ। ਤੇ ਮੇਰੇ ਖਿਆਲ ਮੁਖਤਾਰਿਆ ਗੱਲ ਵੱਧ ਗਈ, ਆਰਫਾ ਗੱਲ ਵੱਧ ਗਈ, ਬਿਲਕੁਲ ਗੱਲ ਵੱਧ ਗਈ। ਹੁਣ ਆਰਫਾ ਤੇ ਹੁਣ ਅੱਗੇ ਕੀ ਆਖਰੀ ਸਾਨੂੰ ਕਿਹੜੀ ਚੀਜ਼ ਸੁਣਾ ਰਹੇ ਹੋ? ਆਗੇ ਤੁਹਾਨੂੰ ਮੈਂ ਬੁੱਲੇ ਸ਼ਾਹ ਦਾ ਕਲਾਮ ਸੁਣਾਵਾਂਗੀ। ਚਲੋ ਜੀ। ਛੇਤੀ ਬੋੜੀ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈਆਂ, तेरे इश्क नचाया, तेरे इश्क नचाया करके थैया थैया। छेती बोड़ी वे तबीबा नहीं तो मैं मर गईया, तेरे इश्क नचाया, तेरे इश्क नचाया करके थैया थैया। छेती बोड़ी वे तबीबा नहीं तो मैं मर गईया। ਛੇਤੀ ਮੋੜੀ ਵਿੱਚ ਤਬੀਬਾ ਨਹੀਂ ਤੇ ਮੈਂ ਮਰ ਗਈਆਂ। ਜੇ ਜ਼ਿੰਦਗੀ ਵਿੱਚ ਗੋਲ ਅਚੀਵ ਕਰਨਾ ਹੋਵੇ, ਉਹ ਮਕਸਦ ਹਾਸਲ ਕਰਨਾ ਹੋਵੇ ਤੇ ਫਿਰ ਅਕਣਾ ਤੱਕਣਾ ਤੇ ਥੱਕਣਾ ਨਹੀਂ ਚਾਹੀਦਾ, ਝਕਣਾ ਵੀ ਨਹੀਂ ਚਾਹੀਦਾ। ਇਸ ਤਰ੍ਹਾਂ ਹੀ ਆਂਦੇ ਨੇ ਰੋਟੀ ਖਾਣ ਲੱਗਿਆ ਅਕਣਾ ਝਕਣਾ ਤੱਕਣਾ ਨਹੀਂ ਚਾਹੀਦਾ, ਖਾ ਪੀ ਲੈਣਾ ਚਾਹੀਦਾ। ਤੇ ਜਾਂਦਿਆਂ ਜਾਂਦਿਆਂ ਆਪਣੀ ਨੌਜਵਾਨ ਨਸਲ ਨੂੰ ਤੁਹਾਨੂੰ ਲੋਕ ਭੈਣਾਂ ਭਾਈ ਸੁਣਦੇ ਪਏ ਨੇ ਤੇ ਕੀ ਮੈਸੇਜ ਦੇਣਾ ਚਾਹੋਗੇ ਯੂ ਪੰਜਾਬ ਦੇ ਇਸ ਪਲੇਟਫਾਰਮ ਤੇ ਸਟੂਡੀਓ ਚ ਆ ਗਏ? ਪਾਕਿਸਤਾਨ ਨੇ ਤੇ ਸਾਨੂੰ ਆਪਣਾ ਸੀਨਾ ਖੋਲ ਕੇ ਦਿੱਤਾ ਹੈ ਸਭ ਕੁਝ। ਫਸਲਾਂ ਵੇਖ ਲਓ, ਮਤਲਬ ਫਲ ਵੇਖ ਲਓ, ਖੇਤ ਵੇਖ ਲਓ, ਹਰ ਚੀਜ਼ ਉਹਨਾਂ ਦਿੱਤੀ ਹੈ ਤੇ ਅਸੀਂ ਆਪਣੇ ਸੋਹਣੇ ਪਾਕਿਸਤਾਨ ਨੂੰ ਕੀ ਦਿੱਤਾ ਹੈ? ਕੁਝ ਵੀ ਨਹੀਂ। ਤੇ ਲਿਹਾਜ਼ਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਪਾਕਿਸਤਾਨ ਵਾਸਤੇ ਚੰਗੇ ਚੰਗੇ ਕੰਮ ਕਰੀਏ, ਨਾਮ ਰੋਸ਼ਨ ਕਰੀਏ। ਬਹੁਤ ਖੂਬਸੂਰਤ ਗੱਲ ਹੈ ਕਿਉਂਕਿ ਇਹ ਪਾਕਿਸਤਾਨ ਇੱਕ ਅਸੀਂ ਹਾਂ। ਪਾਕਿਸਤਾਨ ਬਣਿਆ ਤੇ ਪਾਕਿਸਤਾਨ ਨੇ ਆਪਣੇ ਸੀਨੇ ਇਸ ਧਰਤੀ ਦੇ ਲੋਕਾਂ ਵਾਸਤੇ ਖੋਲ ਛੱਡੇ। ਜਦੋਂ ਪਾਕਿਸਤਾਨ ਬਣਿਆ 3 ਕਰੋੜ ਆਬਾਦੀ ਸੀ, ਅੱਜ ਇਹ ਆਬਾਦੀ 22 ਕਰੋੜ ਹੈ। ਲੋਕੀ ਸਮੋ ਗਏ ਨੇ, ਇਸ ਧਰਤੀ ਫੇਰ ਵੀ ਨਹੀਂ ਥੱਕੀ। ਜਿਸ ਮਕਸਦ ਵਾਸਤੇ ਪਾਕਿਸਤਾਨ ਬਣਿਆ ਵੇ ਉਹ ਮਕਸਦ ਅੱਜ ਉਹ ਮੰਗਦਾ ਪਿਆ ਵੇ, ਜਿਹੜਾ ਹਕੀਕੀ ਮਾਇਨੇ 'ਚ ਪਾਕਿਸਤਾਨ ਹੋਵੇ, ਜਿਹੜਾ ਕਾਇਦ ਦਾ ਪਾਕਿਸਤਾਨ ਹੋਵੇ, ਜਿਹੜਾ ਇਕਬਾਲ ਦਾ ਪਾਕਿਸਤਾਨ ਹੋਵੇ, ਉਹਨਾਂ ਸ਼ਹੀਨਾਂ ਦਾ ਪਾਕਿਸਤਾਨ ਹੋਵੇ। ਯੂ ਪੰਜਾਬ ਦਾ ਇਹ ਸਟੂਡੀਓ ਦੇ ਵਿੱਚ ਇਹ ਪ੍ਰੋਗਰਾਮ ਕਰਨਾ ਕਿਹਦਾ ਲੱਗਿਆ ਇਹਦੇ ਬਾਰੇ ਸਾਨੂੰ ਜ਼ਰੂਰ ਕਮੈਂਟ ਕਰਨਾ। ਤੇ ਯੂ ਪੰਜਾਬ ਨੂੰ ਸੋਸ਼ਲ ਮੀਡੀਆ ਤੇ ਆਓ, ਯੂ ਪੰਜਾਬ YouTube ਤੇ ਯੂ ਪੰਜਾਬ ਨੂੰ ਸਬਸਕ੍ਰਾਈਬ ਕਰੋ। ਉਸ ਤੋਂ ਇਲਾਵਾ ਫੇਸਬੁੱਕ ਤੇ, ਇੰਸਟਾ ਤੇ, ਟਵਿੱਟਰ ਤੇ ਵੀ ਯੂ ਪੰਜਾਬ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਅੱਗੇ ਵੀਡੀਓਜ਼ ਸ਼ੇਅਰ ਕਰੋ। ਇਸ ਰਿਪੋਰਟ ਦੇ ਨਾਲ ਹੀ ਆਪਣੇ ਮੇਜ਼ਬਾਨ ਅਖਤਰ ਰਸੂਲ ਜੰਜੂਵਾਨ ਨੂੰ ਇਜਾਜ਼ਤ ਦਿਵੋ। ਅੱਲਾ ਨੇ ਜ਼ਿੰਦਗੀ ਦਿੱਤੀ, ਸਾਵਾਂ ਨੇ ਸਾਵਾਂ ਦੇ ਨਾਲ ਵਫਾ ਕੀਤੀ। ਇੰਸ਼ਾਅੱਲਾ ਕਿ ਨਵੇਂ ਪ੍ਰੋਗਰਾਮ ਦੇ ਨਾਲ, ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਹਾਜ਼ਰ ਖਿਦਮਤ ਹੋਵਾਂਗਾ। ਉਸ ਵੇਲੇ ਤਾਈਂ ਅੱਲਾ ਨੇ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।